ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਆਪਾਂ ਜੀ ਝਣਾ ਦੇ ਪਾਣੀ ਨਾਲ ਜੁੜੀ ਹੋਈ ਜਿਹੜੀ ਮਹੱਤਵਪੂਰਨ ਜਾਣਕਾਰੀ ਹੈ ਉਹਦੇ 'ਤੇ ਵਿਚਾਰ ਵਟਾਂਦਰਾ ਕਰਦੇ ਹਾਂ। ਪਿਛਲੀ ਵੀਡੀਓ ਦੇ ਵਿੱਚ ਆਪਾਂ ਝਣਾ ਦੇ ਪਾਣੀ ਹੀ ਜਿਹੜਾ ਨਾਟਕ ਸੀ ਉਹਦੇ ਵਿਸ਼ਾ ਵਸਤੂ ਦੀ ਗੱਲ ਕੀਤੀ ਸੀ ਵੀ ਇਹ ਕਿਹੜੀਆਂ ਸਮੱਸਿਆਵਾਂ ਜਾਂ ਕਿਹੜੀਆਂ ਘਟਨਾਵਾਂ ਨੂੰ ਲੈ ਕੇ ਜਾਂ ਕਿਹੜੇ ਵਿਸ਼ਿਆਂ ਦੇ ਪਹਿਲੂ ਆ ਜਿਹੜੇ ਇਹਦੇ ਵਿੱਚ ਲਏ ਗਏ ਆ। ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਦੇ ਹਰ ਪੱਖ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਂਝੀ ਕਰੀਏ। ਸਭ ਤੋਂ ਪਹਿਲਾਂ ਜੇ ਇਹ ਗੱਲ ਕਰੀਏ ਵੀ ਝਣਾ ਦੇ ਪਾਣੀ ਜਿਹੜਾ ਨਾਟਕ ਹੈ ਇਹ ਅਜਮੇਰ ਸਿੰਘ ਔਲਖ ਦਾ ਲਿਖਿਆ ਹੋਇਆ ਹੈ। ਸੋ ਇਹਨੂੰ ਅਸੀਂ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਝਣਾ ਦੇ ਪਾਣੀ ਨਾਟਕ ਦਾ ਪਹਿਲਾਂ ਵਿਸ਼ਾ ਕੀ ਹੈ। ਝਣਾ ਦੇ ਪਾਣੀ ਨਾਟਕ ਦਾ ਜਿਹੜਾ ਵਿਸ਼ਾ ਹੈਗਾ ਉਹ ਇੱਕ ਸਮਾਜ ਦੇ ਵਿੱਚੋਂ, ਇੱਕ ਪੇਂਡੂ ਸਮਾਜ ਦੇ ਵਿੱਚੋਂ ਲਈ ਗਈ ਇੱਕ ਉਹ ਘਟਨਾ ਹੈ ਜਿਹਦੇ ਵਿੱਚ ਇੱਕ ਮਨੁੱਖੀ ਜੀਵਨ ਵਿੱਚ ਜਿਹੜੀ ਤੀਵੀਂ ਦੀ ਭੁੱਖ ਹੈ ਉਸ ਨੂੰ ਪੇਸ਼ ਕੀਤਾ ਗਿਆ ਅਤੇ ਆਪਣਾ ਘਰ ਵਸਾਉਣ ਲਈ ਜਿਹੜੀ ਇੱਕ ਮਰਦ ਦੀ ਇੱਛਾ ਹੁੰਦੀ ਹੈ ਉਸ ਨੂੰ ਦੱਸਿਆ ਗਿਆ। ਅਤੇ ਨਾਲ ਦੀ ਨਾਲ ਹੀ ਇਹਦੇ ਵਿੱਚ ਇੱਕ ਗਰੀਬ ਅਤੇ ਅਮੀਰ ਵਰਗ ਦੇ ਵਿੱਚ ਜਿਹੜਾ ਭੇਦਭਾਵ ਹੁੰਦਾ ਹੈ ਜਾਂ ਇੱਕ ਗਰੀਬ ਵਰਗ ਦੇ ਉੱਪਰ ਜੋ ਅਤਿਆਚਾਰ, ਇੱਜ਼ਤ ਉਹਦੀ ਕਿਸ ਤਰੀਕੇ ਨਾਲ ਲੁੱਟੀ ਜਾਂਦੀ ਹੈ, ਉਹਦਾ ਆਰਥਿਕ ਸ਼ੋਸ਼ਣ ਕਿਵੇਂ ਹੁੰਦਾ ਹੈ ਜਾਂ ਆਪਾਂ ਸਮਾਜਿਕ ਸ਼ੋਸ਼ਣ ਕਹਿ ਸਕਦੇ ਹਾਂ, ਉਹਦੀ ਇੱਕ ਤਸਵੀਰ ਜਿਹੜੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਨਾਲ ਹੀ ਜਿਹੜੀਆਂ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੇ ਜਾਂ ਔਰਤਾਂ ਨੇ ਉਹਨਾਂ ਦੀਆਂ ਜਿਹੜੀਆਂ ਬੇਵੱਸ ਆਪਾਂ ਕਹਿ ਸਕਦੇ ਹਾਂ ਕਿਸੇ ਮਜਬੂਰੀਆਂ ਨਾਲ ਜਿਹੜੀਆਂ ਭਰੀਆਂ ਹੁੰਦੀਆਂ ਤਾਂ ਉਹਨਾਂ ਨੂੰ ਸਮਾਜ ਦੇ ਵਿੱਚ ਕੀ ਜਿਹੜਾ ਅੱਗੇ ਜਿਹੜਾ ਮਤਲਬ ਕਠਿਨਾਈਆਂ ਸਹਿਣੀਆਂ ਪੈਂਦੀਆਂ ਉਹਨੂੰ ਇਹਦੇ ਵਿੱਚ ਇੱਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਝਣਾ ਦੇ ਪਾਣੀ ਨਾਟਕ ਦੀ ਪਾਤਰ ਉਸਾਰੀ ਕਿਹੋ ਜਿਹੀ ਹੈ। ਝਣਾ ਦੇ ਪਾਣੀ ਜਿਹੜਾ ਨਾਟਕ ਹੈ ਇਹਦੀ ਪਾਤਰ ਉਸਾਰੀ ਹੈ ਜਿਹੜੀ ਉਹ ਬਿਲਕੁਲ ਕੁਦਰਤੀ ਹੈ, ਯਥਾਰਥਕ ਹੈ ਅਤੇ ਇਹਦੇ ਵਿੱਚ ਜਿਉਂਦੇ ਜਾਗਦੇ ਜਿਹੜੇ ਪਾਤਰ ਲਏ ਗਏ ਹੈ ਅਤੇ ਜਿਹੜੇ ਇਸ ਨਾਟਕ ਦੇ ਪਾਤਰ ਨੇ ਅਤੇ ਪੰਜਾਬ ਦੇ ਪੇਂਡੂ ਜੀਵਨ ਵਿੱਚੋਂ ਲਏ ਗਏ ਹੈ। ਇਸ ਵਿੱਚ ਜਿਵੇਂ ਭਾਂਤੀ ਨਾਂ ਦਾ ਇੱਕ ਪਾਤਰ ਹੈ ਜੋ ਇੱਕ ਅਮਲੀ ਹੈ ਅਤੇ ਜਿਹਦੀ ਮਾਂ ਜਿਹੜੀ ਮਰ ਚੁੱਕੀ ਹੈ ਅਤੇ ਉਹਦੀ ਇੱਛਾ ਸੀ ਵੀ ਉਹਦਾ ਵਿਆਹ ਹੋ ਜਾਵੇ, ਉਹਦਾ ਘਰ ਵਸ ਜੇ, ਪਰ ਉਹ ਆਪਦੀ ਭੈਣ ਦਾ ਵਿਆਹ ਕਰਨ ਤੋਂ ਬਾਅਦ ਕਰਜ਼ਈ ਹੋ ਜਾਂਦਾ ਹੈ। ਪਰ ਫਿਰ ਵੀ ਉਹ ਆਪਦੀ ਮਾਂ ਦੀ ਜਿਹੜੀ ਇੱਛਾ ਪੂਰੀ ਕਰਨ ਲਈ ਹੋਰ ਕਰਜ਼ਾ ਲੈ ਕੇ ਇੱਕ ਬਿਹਾਰ ਤੋਂ ਹਸੀਨ ਕੁੜੀ ਹੈ ਗੰਗਾ, ਉਹਨੂੰ ਵਿਆਹ ਕੇ ਲਿਆਉਂਦਾ ਹੈ ਜਿਹਨੂੰ ਕਿ ਉਹ ਮੁੱਲ ਖਰੀਦ ਕੇ ਲਿਆਉਂਦਾ ਹੈ। ਤਾਂ ਉਸ ਤਰੀਕੇ ਨਾਲ ਉਹ ਇੱਕ ਲੂੰ ਵਿੱਚ ਫਸੇ ਹੋਏ, ਕਰਜ਼ੇ ਵਿੱਚ ਫਸਿਆ ਹੋਇਆ ਵਿਅਕਤੀ ਹੈ, ਹਾਲਾਤਾਂ ਦਾ ਮਾਰਿਆ ਹੋਇਆ ਅਤੇ ਮਜਬੂਰ ਹੈ। ਅਤੇ ਨਾਲ ਹੀ ਜੇ ਆਪਾਂ ਗੰਗਾ ਦੀ ਗੱਲ ਕਰੀਏ, ਗੰਗਾ ਉਹ ਕੁੜੀ ਹੈ ਜਿਹੜੀ ਕਿ ਹਾਲਾਤਾਂ ਦੀਆਂ ਮਧੋਲੀਆਂ ਹੋਈਆਂ ਬੇਵੱਸ ਅਤੇ ਥਾਂ ਵਿਕਣ ਵਾਲੀ, ਦੁਖਾਂਤ ਦੀ ਸ਼ਿਕਾਰ ਅਤੇ ਉਹਨਾਂ ਪ੍ਰਸਥਿਤੀਆਂ ਨੂੰ ਆਪਣੇ ਅਨੁਕੂਲ ਢਾਲਣ ਵਾਲੀ ਉਹ ਔਰਤ ਹੈ ਜੋ ਮਤਲਬ ਆਪਣੇ ਗਰੀਬ ਪਰਿਵਾਰ ਦੀ ਮਜਬੂਰੀ ਕਾਰਨ ਇਹ ਚੀਜ਼ਾਂ ਆਪਦੇ ਤਨ 'ਤੇ ਹੰਢਾਉਂਦੀ ਆ ਅਤੇ ਉਸ ਨੂੰ ਕਿਸ ਤਰੀਕੇ ਨਾਲ ਸਮਾਜ ਦੇ ਵਿੱਚ ਅੱਗੇ ਵਿਕਣ ਲਈ ਮਜਬੂਰ ਕੀਤਾ ਜਾਂਦਾ ਹੈ। ਤਾਂ ਆਪਾਂ ਕਹਿ ਸਕਦੇ ਹਾਂ ਵੀ ਗੰਗਾ ਇੱਕ ਬਹੁਤ ਸੋਹਣੀ, ਮਜਬੂਰ, ਬੇਵੱਸ ਅਤੇ ਲਾਚਾਰ ਕੁੜੀ ਹੈ। ਅਤੇ ਨਾਲ ਹੀ ਆਪਾਂ ਗੱਲ ਕਰੀਏ ਸਮਾਜ ਦੇ ਵਿੱਚ ਉਹ ਪੱਖ ਦੀ ਵੀ ਜਿਹੜਾ ਅਮੀਰ ਵਰਗ ਨਾਲ ਸੰਬੰਧ ਰੱਖਦਾ, ਜਿਵੇਂ ਜੱਗੇ ਜੁਗਤੀ ਵਰਗੇ ਜਿਨ੍ਹਾਂ ਕੋਲ ਭਾਂਤੀ ਕੰਮ ਕਰਦਾ, ਜਿਨ੍ਹਾਂ ਤੋਂ ਉਹਨੇ ਕਰਜ਼ਾ ਲਿਆ ਹੋਇਆ ਹੈ, ਤਾਂ ਉਹ ਜਿਹੜਾ ਵਿਅਕਤੀ ਆ ਉਹ ਕਿੰਨਾ ਖੋਟੇ ਦਿਲ ਵਾਲਾ ਹੈ। ਉਹ ਕਹਿ ਸਕਦੇ ਹਾਂ ਵੀ ਭਾਂਤੀ ਦੀਆਂ ਮਜਬੂਰੀਆਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇੱਕ ਚਾਲਬਾਜ਼ ਹੈ, ਕਮੀਨਾ, ਚਰਿੱਤਰਹੀਨ, ਹੰਕਾਰੀ, ਨਿਰਦਈ ਅਤੇ ਤੀਵੀਆਂ ਦਾ ਵਪਾਰ ਕਰਨ ਵਾਲਾ ਉਹ ਵਿਅਕਤੀ ਹੈ ਜੋ ਭਾਂਤੀ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨੂੰ ਗੰਗਾ ਦਾ ਹੱਥ ਆਪਦੇ ਪੁੱਤ ਲਈ ਮੰਗਣ ਲਈ, ਵਿਆਹ ਕਰਨ ਲਈ ਮਜਬੂਰ ਕਰਦਾ ਹੈ। ਅਤੇ ਨਾਲ ਹੀ ਉਸ ਦੀ ਇੱਕ ਪਤਨੀ ਹੈ ਬਲਬੀਰੋ ਵੀ ਇਸ ਚੀਜ਼ ਦੇ ਵਿੱਚ ਆਪਣਾ ਹਿੱਸਾ ਨਿਭਾਉਂਦੀ ਹੈ ਕਿਉਂਕਿ ਉਹ ਇੱਕ ਔਰਤ ਹੈ ਜਿਸਦੇ ਅੰਦਰ ਸਾੜਾ ਹੁੰਦਾ। ਇੱਕ ਔਰਤ ਨੂੰ ਨਾ ਸਮਝਣਾ, ਉਹਦੇ ਦੁੱਖਾਂ ਨੂੰ ਨਾ ਸਮਝਣਾ, ਉਹ ਔਰਤ ਹੈ ਜਿਹੜੀ ਦਿਲ ਦੀ ਖੋਟੀ ਹੈ ਅਤੇ ਮਾੜਿਆਂ ਨੂੰ ਡਰਾ ਕੇ ਰੱਖਣ ਵਾਲੀ ਹੈ ਅਤੇ ਅਗਲੇ ਦੀਆਂ ਮਜਬੂਰੀਆਂ ਉਠਾਉਣ ਵਾਲੀ ਉਹ ਔਰਤ ਹੈ ਜੋ ਆਪਣੇ ਪਤੀ ਨਾਲ ਮਿਲ ਕੇ ਗੰਗਾ ਦਾ ਆਪਦੇ ਪੁੱਤਰ ਨਾਲ ਵਿਆਹ ਕਰਨ ਲਈ ਭਾਂਤੀ ਨੂੰ ਮਜਬੂਰ ਕਰਦੀ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜੀ ਗੰਗਾ ਹੈ ਇਹਦੇ ਵਿੱਚ ਉਸ ਦਾ ਇੱਕ ਮੰਗੇਤਰ ਹੈ ਜਮਨਾ, ਜੋ ਕਿ ਉਹਦੇ ਦੇਸ਼ ਦੇ ਵਿੱਚ ਰਹਿੰਦਾ ਸੀ, ਬਿਹਾਰ ਦੇ ਵਿੱਚ। ਤਾਂ ਉਹ ਉਸ ਨੂੰ ਲੱਭਦਾ ਉਹਦੇ ਪਿੱਛੇ ਆ ਜਾਂਦਾ ਅਤੇ ਉੱਥੇ ਉਹ ਨੌਕਰ ਦੀ ਨੌਕਰੀ ਕਰਦਾ ਜਿੱਥੇ ਗੰਗਾ ਵਿਆਹੀ ਹੁੰਦੀ ਹੈ ਅਤੇ ਉਹਦਾ ਨਾਮ ਇੱਥੇ ਆਪਦਾ ਬਦਲ ਕੇ ਲਾਲੂ ਪ੍ਰਸਾਦ ਰੱਖ ਲੈਂਦਾ। ਉਹਦੇ ਜਿਹੜੇ ਪ੍ਰੇਮ ਸੰਬੰਧ ਹੁੰਦੇ ਆ ਉਹਨਾਂ ਦਾ ਪਤਾ ਕਿਹਨੂੰ ਲੱਗ ਜਾਂਦਾ, ਉਹਨੂੰ ਜੱਗੇ ਜੁਗਤੀ ਨੂੰ ਉਹਨਾਂ ਦਾ ਜਿਹੜਾ ਪਤਾ ਲੱਗ ਜਾਂਦਾ ਹੈ ਅਤੇ ਉਸ ਕਰਕੇ ਜਿਹੜਾ ਉਹ ਬਰਦਾਸ਼ਤ ਨਹੀਂ ਕਰਦਾ ਅਤੇ ਉਹ ਮਤਲਬ ਕਿ ਉਹਨੂੰ ਮਾਰ ਦਿੰਦਾ ਅਤੇ ਜਿਹਦੇ ਕਰਕੇ ਮਤਲਬ ਉਹਨੂੰ ਜੇਲ੍ਹ ਵਿੱਚ ਵੀ ਜਾਣਾ ਪੈਂਦਾ ਅਤੇ ਜਿਹੜਾ ਇਹ ਐਕਟ ਹੈ, ਦੂਸਰਾ ਐਕਟ ਹੈ, ਇਹ ਦੁਖਾਂਤ ਦੇ ਵਿੱਚ ਖਤਮ ਹੋ ਜਾਂਦਾ ਕਿਉਂਕਿ ਉਹ ਜੇਲ੍ਹ ਚਲਾ ਜਾਂਦਾ। ਉਸ ਤੋਂ ਬਾਅਦ ਜੇ ਤੀਜੇ ਐਕਟ ਵਿੱਚ ਗੱਲ ਕਰੀਏ ਤਾਂ ਇਹਦੇ ਵਿੱਚ ਮਤਲਬ ਕਿ ਇੱਕ ਰਾਮਬੇਦਾਰਜਨ ਸਿੰਘ ਦੁਆਰਾ ਹੁੰਦਾ ਜਿਹੜਾ ਫੌਜੀ ਹੈ ਅਤੇ ਇਹਦੇ ਵਿੱਚ
ਉਹ ਗੱਲ ਹੁੰਦਾ ਹੈ ਵੀ ਉਹਦਾ ਵਿਆਹ ਹੋਇਆ ਹੁੰਦਾ ਪਰ ਉਹਦੀ ਪਤਨੀ ਮਰ ਚੁੱਕੀ ਹੈ ਅਤੇ ਉਹਦੇ ਔਲਾਦ ਨਹੀਂ ਹੈਗੀ, ਅਤੇ ਉਹਦੇ ਭਤੀਜਿਆਂ ਵੱਲੋਂ ਉਹਨੂੰ ਤੰਗ ਕੀਤਾ ਜਾਂਦਾ ਜਾਂ ਉਹਦੀ ਜਾਇਦਾਦ 'ਤੇ ਨਿਗਾਹ ਰੱਖੀ ਜਾਂਦੀ ਹੈ। ਤਾਂ ਉਸ ਨੂੰ ਡਰ ਹੁੰਦਾ ਹੈ ਵੀ ਜੇ ਉਹਦੇ ਕੋਈ ਬੱਚਾ ਨਾ ਹੋਇਆ ਤਾਂ ਸਾਰਾ ਕੁਛ ਉਹ ਖੋਹ ਲੈਣਗੇ। ਤਾਂ ਉਸ ਤੋਂ ਬਾਅਦ ਉਹ 15,000 ਰੁਪਏ ਵਿੱਚ ਜੱਗੇ ਜੁਗਤੀ ਤੋਂ ਗੰਗਾ ਨੂੰ ਖਰੀਦ ਲੈਂਦਾ ਹੈ। ਅਤੇ ਉਦੋਂ ਬਾਅਦ ਜਦੋਂ ਗੰਗਾ ਗਰਭਵਤੀ ਹੋ ਜਾਂਦੀ ਹੈ ਤਾਂ ਜਿਹੜੇ ਮਤਲਬ ਉਹਦੇ ਭਤੀਜੇ ਹੁੰਦੇ ਆ ਉਹਦੇ 'ਤੇ ਹਮਲਾ ਕਰਦੇ ਆ, ਪਰ ਗੰਗਾ ਇੱਥੇ ਆਪਦੀ ਬਹਾਦਰੀ ਨਾਲ ਚੰਡੀ ਦਾ ਰੂਪ ਧਾਰ ਕੇ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਦਿੰਦੀ ਹੈ ਅਤੇ ਉਹ ਜੇਲ੍ਹ ਵਿੱਚ ਚਲੀ ਜਾਂਦੀ ਹੈ। ਉਸ ਤੋਂ ਬਾਅਦ ਜੇ ਆਪਾਂ ਇਸ ਨਾਟਕ ਦੇ ਤੀਜੇ ਐਕਟ ਨੂੰ ਆਪਾਂ ਜੇ ਗੱਲ ਕਰੀਏ, ਇਸ ਚੀਜ਼ ਦੇ ਵਿੱਚ ਜਿਹੜਾ ਨਾਟਕ ਆ ਉਹ ਸਿਖਰ 'ਤੇ ਪਹੁੰਚਦਾ ਹੈ ਅਤੇ ਇਹਦਾ ਅੰਤ ਕੀ ਹੁੰਦਾ ਹੈ, ਸੁਖਾਂਤ ਹੁੰਦਾ ਹੈ, ਕਿਉਂਕਿ ਇਹਦੇ ਅੰਤ ਵਿੱਚ ਜਿਹੜੀਆਂ ਬੁਰਾਈਆਂ ਦਾ ਖਾਤਮਾ ਹੋ ਜਾਂਦਾ ਹੈ, ਵਿਰੋਧੀਆਂ ਦਾ ਅੰਤ ਹੋ ਜਾਂਦਾ ਹੈ ਅਤੇ ਜਿਹੜੀ ਨਾਇਕਾ ਹੈ ਗੰਗਾ ਉਹ ਆਪਣਾ ਮਤਲਬ ਜਿੱਤ ਜਾਂਦੀ ਹੈ, ਬੁਰਾਈਆਂ ਨੂੰ ਉੱਤੇ ਜਿੱਤ ਪਾ ਲੈਂਦੀ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਨਾਟਕ ਦੀ ਸਾਹਿਤਿਕ ਆਲੋਚਨਾ, ਇਹਦੇ ਵਿੱਚ ਕੁਛ ਪੁਆਇੰਟ ਤਾਂ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ, ਜਿਵੇਂ ਪਾਤਰ ਉਸਾਰੀ, ਵਿਸ਼ਾ, ਉਦੇਸ਼। ਤਾਂ ਕਥਾਨਕ ਦੀ ਗੱਲ ਕਰਦੇ ਹਾਂ। ਸਾਹਿਤਿਕ ਆਲੋਚਨਾ ਦੇ ਵਿੱਚ ਆਪਾਂ ਹਰ ਪੱਖੋਂ ਨਾਟਕ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹਦੇ ਵਿੱਚ ਜੇ ਕਥਾਨਕ ਕਰੀਏ, ਇਹ ਜਿਹੜਾ ਹੈਗਾ ਨਾਟਕ ਦਾ ਇਹ ਬੜਾ ਹੀ ਨਾਟਕੀ ਮੌਕਿਆਂ ਦੀਆਂ ਪ੍ਰਸਥਿਤੀਆਂ ਨਾਲ ਭਰਪੂਰ ਹੈ। ਇਹਦੇ ਵਿੱਚ ਜਿਉਂਦੇ ਜਾਗਦੇ ਪਾਤਰ ਯਥਾਰਥਕ ਹੈ, ਇਹ ਉਤਸੁਕਤਾ ਭਰੀ ਹੋਈ ਹੈ, ਕਿਤੇ ਕਿਤੇ ਇਹ ਰੋਮੈਂਟਿਕ ਵੀ ਇਹਦੇ ਵਿੱਚ ਜਿਹੜੇ ਪੱਖ ਨੂੰ ਪੇਸ਼ ਕੀਤਾ ਗਿਆ। ਅਤੇ ਇਹਦੇ ਵਿੱਚ ਕਥਾਨਕ ਨੂੰ ਇੱਕ ਆਪਾਂ ਲੜੀ ਦੇ ਵਿੱਚ ਪਰੋਇਆ ਹੋਇਆ ਹੈ। ਹਰੇਕ ਘਟਨਾ ਦੇ ਨਾਲ ਮਤਲਬ ਕਿ ਜੁੜੀ ਹੋਈ ਘਟਨਾ ਜਿਹੜੀ ਇਹਦੇ ਵਿੱਚ ਸੁਭਾਵਿਕ ਤੌਰ 'ਤੇ ਜਿਹੜੀ ਜਨਮ ਲੈਂਦੀ ਹੈ ਅਤੇ ਕਹਾਣੀ ਨੂੰ ਅੱਗੇ ਤੋਰਦੀ ਹੈ। ਨਾਟਕ ਦੇ ਤਿੰਨੇ ਜਿਹੜੇ ਐਕਟ ਆ ਵੱਖੋ ਵੱਖਰੇ ਹੈ ਅਤੇ ਝਾਕੀਆਂ ਵੀ ਵੱਖਰੇ ਵੱਖਰੇ ਸਮੇਂ ਨਾਲ ਸੰਬੰਧਿਤ ਹੈ। ਨਾਟਕ ਹੈ ਜਿਹੜਾ ਇਹਦੇ ਵਿੱਚ ਹਾਸ ਰਸ ਵੀ ਹੈ, ਮਤਲਬ ਕਿ ਉਹਦੇ ਨਾਲ ਵੀ ਭਰਪੂਰ ਜਿਹੜੀਆਂ ਸਥਿਤੀਆਂ ਨੂੰ ਪੇਸ਼ ਕੀਤਾ ਗਿਆ, ਜਿਹੜੀਆਂ ਨਾਟਕ ਨੂੰ ਇੱਕ ਰੌਚਕ ਬਣਾਉਂਦੀਆਂ, ਸਵਾਦਲਾ ਬਣਾਉਂਦੀਆਂ। ਅਤੇ ਨਾਟਕ ਇਹਦੇ ਨਾਲ ਨਾਟਕਕਾਰ ਜਿਹੜੀਆਂ ਆਪਦੀਆਂ ਇਹਨਾਂ ਪ੍ਰਸਥਿਤੀਆਂ ਜਾਂ ਇਹਨਾਂ ਮਤਲਬ ਸਥਿਤੀਆਂ ਨੂੰ ਇਸ ਤਰੀਕੇ ਨਾਲ ਕਥਾਨਕ ਨੂੰ ਪੇਸ਼ ਕਰਦਾ ਵੀ ਨਾਟਕ ਹੈ ਜਿਹੜਾ ਬੜਾ ਹੀ ਯਥਾਰਥਕ ਹੈ, ਸੁਆਦਲਾ ਹੈ, ਰੌਚਕ ਹੈ, ਉਤਸੁਕਤਾ ਭਰਪੂਰ ਹੈ, ਜ਼ੋਰਦਾਰ, ਪ੍ਰਭਾਵਸ਼ਾਲੀ ਅਤੇ ਹਲਕਾ ਫੁਲਕਾ ਹੈ। ਇਹਦਾ ਵਿਸ਼ੇ ਜਿਹੜਾ ਪੇਸ਼ ਕੀਤਾ ਗਿਆ। ਫਿਰ ਇਹਦੇ ਵਿੱਚ ਆਪਾਂ ਪਾਤਰ ਉਸਾਰੀ ਦੀ ਗੱਲ ਕਰ ਹੀ ਚੁੱਕੇ ਹਾਂ ਵੀ ਪਾਤਰ ਹੈ ਜਿਹੜੇ ਬੜੇ ਇਹਦੇ ਵਿੱਚ ਸੰਜੀਵ ਪਾਤਰ ਹੈ। ਅਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ, ਜਿਹੜਾ ਨਾਟਕ ਹੈ ਪਾਤਰ ਹੈ ਜਿਹੜੇ ਉਹ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ, ਕੁਦਰਤੀ ਹੈ, ਯਥਾਰਥਕ ਹੈ ਅਤੇ ਜਿਉਂਦੇ ਜਾਗਦੇ ਆ। ਇਹਦਾ ਜਿਹੜਾ ਚਿਤਰਨ ਹੋਇਆ ਉਹ ਬੜਾ ਹੀ ਪ੍ਰਭਾਵਸ਼ਾਲੀ ਹੈ ਅਤੇ ਪਾਤਰਾਂ ਨੂੰ ਜਿਹੜਾ ਮਤਲਬ ਕਿ ਬੜੇ ਕੁਦਰਤੀ ਤੌਰ 'ਤੇ ਜਿਹੜਾ ਇਹਦੇ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਦੇ ਰੋਲ ਹੈ ਜਿਹੜੇ ਨਾਇਕਾ ਜਾਂ ਖਲਨਾਇਕ ਆ ਉਹ ਬੜੇ ਹੀ ਉਸ ਤਰੀਕੇ ਨਾਲ ਪੇਸ਼ ਕੀਤੇ ਗਏ ਵੀ ਉਹ ਯਥਾਰਥਕ ਲੱਗਦੇ ਆ, ਜਿਉਂਦੇ ਜਾਗਦੇ ਲੱਗਦੇ ਆ। ਅਤੇ ਨਾਟਕ ਵਿਚਲਾ ਜਿਹੜਾ ਵਾਤਾਵਰਨ ਹੈਗਾ ਉਹ ਸੰਜੀਵ ਪੇਂਡੂ ਜੀਵਨ ਨੂੰ ਪੇਸ਼ ਕਰਦਾ, ਕੁਦਰਤੀ ਆ, ਉਹ ਛੋਟੇ ਛੋਟੇ ਪਾਤਰਾਂ ਦੇ ਅਨੁਕੂਲ ਹੈ, ਵਿਅੰਗਾਤਮਕ ਹੈ, ਹਾਸ ਰਸੀ ਛੋਹਾਂ ਨੂੰ ਇਹਦੇ ਵਿੱਚ ਪੇਸ਼ ਕੀਤਾ ਗਿਆ। ਅਤੇ ਇਹਦੇ ਵਿੱਚ ਕਿਤੇ ਕਿਤੇ ਗੀਤ ਅਤੇ ਲੋਕ ਗੀਤ ਵੀ ਸ਼ਾਮਿਲ ਕੀਤੇ ਗਏ ਹੈ। ਇਹਦੇ ਵਿੱਚ ਜਿਹੜੀ ਭਾਸ਼ਾ ਸ਼ੈਲੀ ਆ ਉਹ ਬੜੀ ਹੀ ਪ੍ਰਭਾਵਸ਼ਾਲੀ ਹੈ, ਰੌਚਕ ਹੈ, ਸਵਾਦਲੀ ਹੈ ਅਤੇ ਮੁਹਾਵਰੇਦਾਰ ਹੈ। ਅਤੇ ਫਿਰ ਇਸ ਦੀ ਆਪਾਂ ਅੱਗੇ ਗੱਲ ਕਰੀਏ ਵੀ ਜਿਹੜਾ ਇਹ ਨਾਟਕ ਹੈ ਇਹਦਾ ਜਿਹੜਾ ਸਿਰਲੇਖ ਹੈ ਉਹ ਬੜਾ ਹੀ ਢੁਕਵਾਂ ਅਤੇ ਫਵਮ ਹੈ, ਮਤਲਬ ਕਿ ਜਿਹੜਾ ਇਹਦਾ ਸਿਰਲੇਖ ਹੈ ਉਹ ਹਰ ਪੱਖੋਂ ਨਾਟਕ ਦੀ ਜਿਹੜੀ ਕਹਾਣੀ ਆ ਉਹਦੇ ਨਾਲ ਲਾਗੂ ਹੁੰਦਾ ਹੈ। ਆਪਾਂ ਜਿਸ ਕਰਕੇ ਉਸ ਸਿਰਲੇਖ ਨੂੰ ਢੁਕਵਾਂ ਅਤੇ ਫਵਮਾ ਕਹਿ ਸਕਦੇ ਹਾਂ। ਅਤੇ ਇਹਦੇ ਜਿਹੜੇ ਗੁਣ ਹੈ ਆਪਾਂ ਕਹਿੰਦੇ ਹਾਂ ਨਾ ਵੀ ਜਿਹੜਾ ਸਫਲ ਨਾਟਕ ਉਹੀ ਹੁੰਦਾ ਹੈ ਜਿਹੜਾ ਰੰਗਮੰਚ 'ਤੇ ਖੇਡਿਆ ਜਾ ਸਕੇ। ਸੋ ਝਣਾ ਦਾ ਪਾਣੀ ਨਾਟਕ ਹੈ ਜਿਹੜਾ ਇਹ ਇੱਕ ਸਫਲ ਨਾਟਕ ਜਿਹੜਾ ਮੰਨਿਆ ਗਿਆ ਹੈ, ਜਿਹਦੇ ਨਾਲ ਲੇਖਕ ਨੇ ਆਪਣੀ ਜਿਹੜੀ ਮਤਲਬ ਵਿਸ਼ੇ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਵੀ ਉਹ ਸਮਾਜ ਤੱਕ ਇੱਕ ਚੰਗੀ ਸੇਧ ਦੇ ਸਕੇ। ਅਤੇ ਇਸ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਇੱਕ ਉਹਨਾਂ ਸਮੱਸਿਆਵਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸਮਾਜ ਦੇ ਵਿੱਚ ਲਗਾਤਾਰ ਕਿਤੇ ਨਾ ਕਿਤੇ ਹੋ ਵੀ ਰਹੀਆਂ, ਤਾਂ ਇੱਕ ਉਸ ਪੱਖ ਨੂੰ ਪੇਸ਼ ਕਰਦੇ ਹੋਏ ਉਹਨੇ ਸਮਾਜ ਨੂੰ ਇੱਕ ਸੇਧ ਦਿੱਤੀ ਹੈ ਵੀ ਜਿਹੜਾ ਸਮਾਜ ਦੇ ਵਿੱਚ ਔਰਤਾਂ ਦੀ ਕੀ ਸਥਿਤੀ ਹੈ ਜਾਂ ਗਰੀਬ ਅਤੇ ਅਮੀਰ ਵਰਗ ਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਦੇਖਣ ਨੂੰ ਸਮਾਜ ਦੇ ਵਿੱਚ ਮਿਲਦੀਆਂ। ਸੋ ਇਹਦਾ ਜਿਹੜਾ ਅੰਤ ਹੈਗਾ ਉਹ ਇੱਕ ਗੀਤ ਨਾਲ ਹੁੰਦਾ ਹੈ। ਉਸ ਤੋਂ ਬਾਅਦ ਇਹਦੇ ਜਿਹੜੇ ਵਾਰਤਾਲਾਪ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ। ਅਤੇ ਇਹਦੀ ਮੂਲ ਸਮੱਸਿਆ ਵੀ ਤੁਹਾਨੂੰ ਦੱਸ ਦਿੱਤੀ ਹੈ। ਜਿਹੜਾ ਵਿਸ਼ਾ ਉਹ ਤੀਵੀਂ ਦੀ ਭੁੱਖ ਅਤੇ ਆਪਣਾ ਘਰ ਵਸਾਉਣ ਦੀ ਇੱਛਾ ਨੂੰ ਜਿਹੜਾ ਲੈ ਕੇ ਪੇਸ਼ ਕੀਤਾ ਗਿਆ। ਸੋ ਆਸ ਕਰਦੇ ਹਾਂ ਵੀ ਤੁਹਾਨੂੰ ਇਹ ਝਨਾ ਦੇ ਪਾਣੀ ਨਾਟਕ ਦਾ ਨਾਲ ਜੁੜੀ ਹੋਈ ਕਾਫੀ ਜਿਹੜੀ ਜਾਣਕਾਰੀ ਮਿਲ ਚੁੱਕੀ ਹੋਊਗੀ। ਅਤੇ ਅਗਲੀ ਵੀਡੀਓ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਕੋਈ ਹੋਰ ਇਹਦੇ ਨਾਲ ਜੁੜੀ ਹੋਈ ਹੈਗੀ ਹੈ ਜਾਣਕਾਰੀ ਤੁਹਾਡੇ ਅੱਗੇ ਲਿਆਈਏ। ਸੋ ਧੰਨਵਾਦ ਜੀ।